ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ ਆਪਣਾ ਜਿਹੜਾ ਸੰਗਤੀ ਨਿਤਨੇਮ ਜੋ ਹੈ, ਅਸੀਂ ਸਾਡੇ ਸਾਰੇ ਗੁਰਦੁਆਰਿਆਂ 'ਚ ਜਿਹੜਾ ਪੜ੍ਹਿਆ ਜਾਂਦਾ ਹੈ, ਅਸੀਂ ਆਪਣੇ ਰੂਟੀਨ ਵਿੱਚ ਵੀ, ਆਪਣੇ ਸ਼ਹਿਰਾਂ ਵਿੱਚ ਵੀ ਕਾਫੀ ਜਿਹੜਾ ਹੈ, ਇਸ ਜਿਹੜਾ ਪਾਠ ਨੂੰ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ। ਇਹਦੇ ਬਾਰੇ ਆਪਾਂ ਥੋੜ੍ਹੀ ਵਿਚਾਰ ਸ਼ੁਰੂ ਕਰਾਂਗੇ, ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਾਡੀ ਜ਼ਿੰਦਗੀ ਦੇ ਵਿੱਚ ਕੀ ਰੋਲ ਪਲੇ ਕਰ ਰਹੀ ਹੈ, ਸਾਨੂੰ ਕੀ ਗਿਆਨ ਦੇ ਰਹੀ ਹੈ, ਤੇ ਸਾਡੇ ਜਿਹੜੇ ਜੀਵਨ ਜਾਚ ਸਾਡੀ ਸਿਖਾਉਣ ਦੇ ਵਿੱਚ ਸਾਨੂੰ ਆਪਣੇ ਟਾਰਗੇਟ ਵੱਲ ਵਧਣ ਲਈ ਜਿਹੜਾ ਹੈ ਉਹ ਕਿਵੇਂ ਸਹਾਇਤਾ ਕਰ ਰਹੀ ਹੈ। ਇਹ ਬਾਣੀ ਜੋ ਹੈ ਆਸਾ ਕੀ ਵਾਰ, ਇਹਦੇ ਬਾਰੇ ਆਪਾਂ ਜਿਹੜੀ ਅੱਜ ਵਿਚਾਰ ਸ਼ੁਰੂ ਕਰਾਂਗੇ। ਸੋ ਵੈਰੀ ਬਰੀਫਲੀ ਇਹਦੀ ਆਪਾਂ ਜਿਹੜੀ ਹੈ ਸਿਰਫ ਦੋ ਅੱਖਰਾਂ ਦੇ ਵਿੱਚ ਜਿਹੜੀ ਹੈ ਜਾਣਕਾਰੀ ਲਵਾਂਗੇ। ਅਗੇਨ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਮਾਫੀ ਮੰਗ ਲੈਣਾ ਚਾਹਾਂਗਾ ਕਿ ਵੀ ਇਹ ਜੋ ਵੀ ਆਪਾਂ ਵਿਚਾਰ ਕਰਾਂਗੇ, ਇਹ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਵੀ ਇਹੀ ਅਸੀਂ ਇਹਦੇ ਅਰਥ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਆਪਾਂ ਇਹਦਾ ਕੋਈ ਟੀਕਾ ਕਰ ਰਹੇ ਹਾਂ। ਇਹ ਸਿਰਫ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੀ ਲਾਈਫ ਦੇ ਵਿੱਚ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤਾਂ ਗੁਰਬਾਣੀ ਕਿਵੇਂ ਰੋਲ ਪਲੇ ਕਰਦੀ ਹੈ, ਤੇ ਜਿਹੜੀ ਅਸੀਂ ਸਮਝ ਪਾ ਰਹੇ ਹਾਂ ਅੱਜ ਅਸੀਂ ਕਿੱਥੇ ਖੜੇ ਹਾਂ, ਸਿਰਫ ਆਪਾਂ ਉਸ ਐਕਸਪੀਰੀਅੰਸ ਨਾਲ ਆਪਾਂ ਇਸ ਬਾਣੀ ਨੂੰ ਸਮਝਣ ਦੀ ਜਿਹੜੀ ਹੈ ਇੱਕ ਉਪਰਾਲਾ ਜਿਹੜਾ ਉਹ ਇਕੱਠੇ ਸੰਗਤੀ ਤੌਰ ਤੇ ਜ਼ਰੂਰ ਕਰਨਾ ਚਾਹੁੰਦੇ ਸੀਗੇ, ਜਿਹੜਾ ਕਿ ਆਪਾਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਜੀ। ਸੋ ਰਾਗ ਆਸਾ ਜਿਹੜਾ ਹੈ ਉਹ ਪਹਿਲਾਂ ਜੇ ਆਪਾਂ ਸਮਝਣਾ ਹੋਏ, ਬਾਣੀ ਜੋ ਹੈ ਆਸਾ ਰਾਗ ਦੇ ਵਿੱਚ ਹੈਗੀ ਹੈ। ਤੇ ਜਿਵੇਂ ਕਿ ਤੁਸੀਂ ਸਾਰੇ ਦੇਖ ਪਾ ਰਹੇ ਹੋ, ਆਸਾ ਰਾਗ ਦੇ ਵਿੱਚ ਕੀ ਹੈ ਕਿ ਵੀ ਇੱਕ ਉਮੀਦ ਹੈ ਕਿ ਮੈਂ ਮਾਇਆ ਦੀ ਜਿਹੜੀ ਹੈ ਹਨੇਰਾ ਹੈਗਾ, ਉਸ ਹਨੇਰੇ ਵਿੱਚੋਂ ਬਾਹਰ ਨਿਕਲਣ ਦਾ ਇੱਕ ਰਸਤਾ ਜੋ ਮੈਨੂੰ ਦਿਖਾਣਾ ਹੈ, ਉਹ ਰਾਗ ਆਸਾ ਦੇ ਵਿੱਚ ਉਹ ਦਿਖਾਇਆ ਹੈ। ਉਹ ਜਿਵੇਂ ਹੁਣ ਕਰੰਟਲੀ ਮੇਰੀ ਲਾਈਫ ਹੈਗੀ ਹੈ, ਇੱਕ ਭਰਮ ਦੇ ਵਿੱਚ ਫਸੀ ਹੋਈ ਲਾਈਫ ਹੈ। ਜਿਵੇਂ ਗੁਰਬਾਣੀ ਕਹਿ ਰਹੀ ਹੈ, ਭਰਮ ਗਿਆ ਤਾਂ ਜਾਗਿਆ, ਚੁੱਕਿਆ ਅਗਿਆਨ ਅੰਧਾਰ। ਸੋ ਉਹ ਭਰਮ ਦੇ ਵਿੱਚ ਮੈਂ ਜਿਹੜਾ ਭਰਮ ਦੇ ਹਨੇਰੇ ਵਿੱਚ ਜੋ ਮੇਰਾ ਕਰੰਟਲੀ ਜਿਹੜਾ ਜੀਵਨ ਹੈ, ਉਸ ਜੀਵਨ ਨੂੰ ਜਿਹੜਾ ਉਹ ਚਾਨਣ ਮਨ ਲੈ ਕੇ ਜਾਣ ਦਾ ਜੋ ਹੈ ਇੱਕ ਉਪਰਾਲਾ ਹੈ, ਇਹ ਗੁਰੂ ਸਾਹਿਬ ਵੱਲੋਂ ਜੋ ਅਗੇਨ ਪੜ੍ਹ ਕੇ ਏਦਾਂ ਸਮਝ ਆ ਰਹੀ ਹੈ ਕਿ ਵੀ ਏਦਾਂ ਕਹਿਣਾ ਚਾਹ ਰਹੇ ਨੇ ਮੈਨੂੰ, ਜੋ ਉਸ ਸਮੇਂ ਦੀਆਂ ਜਾਂ ਹੁਣ ਮੇਰੇ ਜੀਵਨ ਦੇ ਵਿੱਚ ਜਿਹੜੀ ਔਣਤਾਈਆਂ ਨੇ ਉਹਦੇ ਵਿੱਚੋਂ ਮੈਨੂੰ ਬਾਹਰ ਕੱਢ ਕੇ ਰੋਸ਼ਨੀ ਵੱਲ ਰਸਤਾ ਦਿਖਾ ਰਹੇ ਹੈ। ਅਗੇਨ ਇੱਕ ਵਾਰ ਹੈਗੀ ਹੈ, ਜਿਹੜੀ ਵਾਰ ਜੰਗ ਹੁੰਦੀ ਹੈ, ਜਿਹੜੀ ਫਾਈਟ ਹੁੰਦੀ ਹੈ, ਇਹ ਉਹੀ ਮੇਰੀ ਜਿਹੜੀ ਫਾਈਟ ਹੈਗੀ ਹੈ, ਜੰਗ ਹੈਗੀ ਹੈ, ਉਹ ਮੇਰੇ ਆਪਣੇ ਆਪ ਨਾਲ ਹੈਗੀ ਹੈ। ਕਿਉਂਕਿ ਜਦੋਂ ਮੈਂ ਆਪਣਾ ਸਵਾਰਨਾ ਹੈ, ਜਦੋਂ ਇਹਦੇ ਚੋਂ ਬਾਹਰ ਨਿਕਲਣਾ ਹੈ, ਪਰ ਜਿਹੜਾ ਦੂਜੇ ਪਾਸੇ ਜਿਹੜੀ ਉਹ ਜੰਗ ਮਾਇਆ ਦੇ ਨਾਲ ਹੈਗੀ ਹੈ, ਤਾਂ ਉੱਥੇ ਵੀ ਇੱਕ ਕਾਫੀ ਵੱਡੀ ਸ਼ਕਤੀ ਇਨਵੋਲਡ ਹੈਗੀ ਹੈ, ਜਿਹਦੇ ਨਾਲ ਮੈਂ ਲੜਨਾ ਹੈ। ਜਿਸ ਚੀਜ਼ ਦੇ ਵਿੱਚ ਮੈਂ ਹੁਣ ਕਰੰਟਲੀ ਵਿਚਰ ਰਿਹਾ, ਇਹਦੇ ਕੋਲੋਂ ਜੰਗ ਜਿੱਤ ਕੇ ਇਹਦੇ ਵਿੱਚੋਂ ਦੀ ਬਾਹਰ ਨਿਕਲਣਾ ਹੈ। ਸੋ ਇੱਕ ਕਾਫੀ ਵੱਡਾ ਚੈਲੰਜ ਹੈ ਸਾਡੇ ਆਪਣੇ ਵਾਸਤੇ ਹੀ, ਸਾਡੀ ਡੇ ਟੂ ਡੇ ਲਾਈਫ ਵਿੱਚ ਹੀ ਜਿਹੜੇ ਸਾਡੇ ਰੋਜ਼ ਦੇ ਐਕਸ਼ਨਸ ਨੇ, ਰੋਜ਼ ਦੇ ਸਾਡੇ ਫੰਕਸ਼ਨਸ ਨੇ, ਉਹਨਾਂ ਨੂੰ ਅਸੀਂ ਕਿੱਦਾਂ ਗੁਰਬਾਣੀ ਦੇ ਆਸਰੇ ਨਾਲ ਸਮਝ ਕੇ ਤੇ ਉਸ ਭਰਮ ਵਿੱਚੋਂ ਬਾਹਰ ਨਿਕਲਣਾ ਹੈ। ਇਹ ਇੱਕ ਆਪਣੇ ਆਪ ਦੇ ਵਿੱਚ ਸਾਡੇ ਵਾਸਤੇ ਇੱਕ ਚੈਲੰਜ ਹੈ। ਇਸ ਕਰਕੇ ਇਹਨੂੰ ਆਪਾਂ ਗੁਰਬਾਣੀ ਦੇ ਵਿੱਚ ਵੀ ਇਦਾਂ ਹੀ ਮੈਂਸ਼ਨ ਕੀਤਾ ਗਿਆ ਕਿ ਇੱਕ ਵਾਰ ਹੈ, ਇੱਕ ਫਾਈਟ ਹੈ, ਜਿਹੜੀ ਕਿ ਤੁਸੀਂ ਆਪਣੇ ਆਪ ਨਾਲ ਹਰ ਰੋਜ਼, ਹਰ ਸਮੇਂ, ਹਰ ਪਲ ਕਰਦੇ ਰਹਿਣਾ ਹੈ, ਤਾਂ ਕਿ ਤੁਸੀਂ ਉਸ ਭਰਮ ਜਾਲ ਦੇ ਵਿੱਚੋਂ ਦੀ ਬਾਹਰ ਨਿਕਲ ਸਕੋ। ਤੇ ਉਹ ਕਿਵੇਂ ਕਰਨੀ ਹੈਗੀ ਹੈ, ਉਹਦੀ ਫਿਰ ਸਾਨੂੰ ਜਿਹੜੀ ਹੈ ਗਾਈਡੈਂਸ ਹੁਣ ਆਪਾਂ ਅਗਲੀਆਂ ਜਿਹੜੀਆਂ ਪਹਿਲੀ ਉਹਦੇ ਵਿੱਚ ਪੰਕਤੀ ਦੇ ਵਿੱਚ ਆਪਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਸ਼ੁਰੂਆਤ ਹੋ ਰਹੀ ਹੈ ਅਗੇਨ, ਜਿਹੜਾ ਸਾਡਾ ਫਲਸਫਾ ਹੈ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਵੈ ਭੰਗ ਗੁਰ ਪ੍ਰਸਾਦ। ਪਹਿਲਾਂ ਹੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਟਾਰਗੇਟ ਸੈੱਟ ਕਰਤਾ ਸਾਡੇ ਵਾਸਤੇ। ਸਾਨੂੰ ਇੱਕ ਓਬਵੀਅਸਲੀ ਕੋਈ ਵੀ ਆਪਾਂ ਜਦੋਂ ਪੜ੍ਹਾਈ ਕਰਨ ਲੱਗਦੇ ਹਾਂ ਤਾਂ ਉਹਦੀ ਲਰਨਿੰਗ ਆਊਟਕਮ ਡਿਫਾਈਨ ਕਰਨੀ ਜ਼ਰੂਰੀ ਹੋ ਜਾਂਦੀ ਹੈ। ਇਸ ਕਰਕੇ ਇਸੇ ਤਰ੍ਹਾਂ ਹੀ ਆਸਾ ਕੀ ਵਾਰ ਦੇ ਵਿੱਚ ਵੀ ਸਾਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੜਾ ਕਲੀਅਰ
ਟਾਰਗੇਟ ਸੈੱਟ ਕਰਕੇ ਦਿੱਤਾ ਹੈ ਕਿ ਵੀ ਆ ਅਚੀਵ ਕਰਨਾ ਹੈ, ਗੁਰਪ੍ਰਸਾਦ ਦੇ ਦੁਆਰਾ ਅਚੀਵ ਹੋਣਾ ਹੈ। ਤੇ ਇਹ ਰਸਤਾ ਹੈਗਾ। ਇਹਨਾਂ ਜਿਹੜੇ ਹੁਣ ਗੁਣ ਨੇ, ਜਿਹੜੇ ਇਹਨਾਂ ਗੁਣਾਂ ਨੂੰ ਆਪਾਂ ਵੈਰੀ ਬਰੀਫਲੀ ਟੱਚ ਕਰ ਲੈਂਦੇ ਆ, ਇੱਕ ਵਾਰੀ ਸਮਝਣ ਲਈ ਕੋਸ਼ਿਸ਼ ਕਰ ਲੈਂਦੇ ਆ ਕਿ ਵੀ ਇਹ ਗੁਣ ਜਿਹੜੇ ਨੇ, ਜਿਹੜੇ ਜੋਤ ਦੇ ਗੁਣ ਨੇ, ਇਹਨਾਂ ਨੂੰ ਆਪਾਂ ਕਿਵੇਂ ਸਮਝ ਪਾਉਂਦੇ ਆ, ਤੇ ਅੱਗੇ ਫਿਰ ਬਾਣੀ ਸਾਨੂੰ ਕਿਵੇਂ ਇਹਨਾਂ ਗੁਣਾਂ ਵੱਲ ਤੋਰਦੀ ਹੈ। ਸੋ ਅਗੇਨ ਆਬਜੈਕਟਿਵ ਉਹੀ ਹੈਗਾ ਸਾਡਾ ਕਿ ਅਸੀਂ ਆਪਣੇ ਜਿਹੜਾ ਜੋਤ ਨੂੰ, ਆਪਣੇ ਮੂਲ ਨੂੰ, ਆਪਣੇ ਸੋਰਸ ਨੂੰ, ਅਸੀਂ ਉਹਨੂੰ ਸਮਝੀਏ ਤੇ ਉਹਦੇ ਵਰਗੇ ਬਣਨ ਲਈ ਉਦਮ ਕਰੀਏ। ਹੁਣ ਉਹ ਜਿਹੜੀ ਰੋਸ਼ਨੀ ਆ, ਜਿਹੜੀ ਐਨਰਜੀ ਹੈ, ਜਿਹਨੂੰ ਅਸੀਂ ਮੂਲ ਕਹਿੰਦੇ ਆ, ਅੰਤਰਾਤਮਾ ਕਹਿੰਦੇ ਆ, ਜੋਤ ਕਹਿੰਦੇ ਆ, ਉਹ ਇੱਕ ਸਮਾਨ ਹੈ, ਸਾਰਿਆਂ ਦੇ ਵਿੱਚ ਇੱਕ ਸਮਾਨ ਹੈ। ਉਹ ਕੋਈ ਵੱਖਰੀ ਵੱਖਰੀ ਨਹੀਂ ਹੈਗੀ ਹੈ, ਸਾਰਿਆਂ ਦੇ ਵਿੱਚ ਇੱਕ ਸਮਾਨ ਅੰਤਰ ਹੈ, ਸਾਰਿਆਂ ਦੇ ਵਿੱਚ ਇੱਕੋ ਜਿਹੀ ਹੋਈ ਹੈ। ਤੋ ਇਸ ਕਰਕੇ ਸਾਰਿਆਂ ਨੂੰ ਸੇਮ ਹੀ ਉਹ ਗੁਣਾਂ ਨਾਲ ਡਰਾਈਵ ਕਰ ਰਹੀ ਹੈ। ਉਹ ਨਿਰਸਵਾਰਥ ਜਿਹੜੇ ਹੈਗੀ ਹੈ, ਬਿਲਕੁਲ ਉਹਦੇ ਕੋਲ ਕੋਈ ਇਹ ਸਵਾਰਥ ਨਹੀਂ ਹੈਗਾ ਕਿ ਉਹਨੇ ਕਿਸੇ ਨੂੰ ਕਿਸੇ ਹੋਰ ਤਰੀਕੇ ਨਾਲ ਡਰਾਈਵ ਕਰਨਾ ਹੈ, ਔਰ ਪਰਸਨ ਏ ਔਰ ਪਰਸਨ ਬੀ ਨੂੰ ਡਿਫਰੈਂਟ ਤਰੀਕੇ ਨਾਲ ਡਰਾਈਵ ਕਰਨਾ ਹੈ। ਉਹ ਸਾਰਿਆਂ 'ਚ ਇੱਕੋ ਜਿਹੀ ਹੈ, ਇੱਕੋ ਜਿਹੀ ਵਿਚਰ ਰਹੀ ਹੈ, ਤੇ ਇੱਕੋ ਜਿਹੀ ਗੁਣਾਂ ਦੇ ਨਾਲ ਭਰਪੂਰ ਹੈ। ਸੋ ਜਿਹੜਾ ਮੈਨੂੰ ਮੈਸੇਜ ਮਿਲ ਰਿਹਾ ਉਸ ਐਨਰਜੀ ਤੋਂ, ਉਸ ਜੋਤ ਤੋਂ, ਉਹ ਮੈਨੂੰ ਹਮੇਸ਼ਾ ਸਮਝਾਉਂਦੀ ਹੈ, ਮੈਨੂੰ ਹਮੇਸ਼ਾ ਜਾਗਰੂਕ ਕਰਦੀ ਹੈ, ਹਮੇਸ਼ਾ ਝੰਜੋੜਦੀ ਰਹਿੰਦੀ ਹੈ ਕਿ ਵੀ ਸੱਚ ਨਾਲ ਕਿਵੇਂ ਜੁੜ ਕੇ ਜੀਵਨ ਜੀ ਸਕਦੇ ਹੋ। ਅਗੇਨ ਸੱਚ, ਸਾਰੀ ਗੁਰਬਾਣੀ ਦਾ ਸਿਧਾਂਤ ਸੱਚ ਤੇ ਹੀ ਖੜਾ ਹੈ। ਜੇ ਅਸੀਂ ਇਹਨੂੰ ਸਮਝ ਲਵਾਂਗੇ ਕਿ ਵੀ ਸੱਚ ਜੋ ਹੈ ਉਹ ਜੇ ਮੇਰੇ ਜੀਵਨ ਦਾ ਆਧਾਰ ਬਣ ਜਾਏਗਾ, ਤਾਂ ਮੈਂ ਇਸ ਸਫ਼ਰ ਤੇ ਚੱਲਣ ਦੇ ਸਮਰੱਥ ਹੋ ਸਕਾਂਗਾ, ਜਿਸ ਸਫ਼ਰ ਤੇ ਸ਼ਾਇਦ ਆਸਾ ਕੀ ਵਾਰ ਦੇ ਵਿੱਚੋਂ ਜੋ ਸਾਨੂੰ ਗੁਰਬਾਣੀ ਦੇ ਵਿੱਚੋਂ ਗਿਆਨ ਮਿਲਣਾ, ਉਹ ਸਹਾਇਤਾ ਕਰੇਗਾ। ਸੋ ਅਗੇਨ ਇਹ ਜੋ ਜੋਤ ਹੈਗੀ ਹੈ, ਉਹ ਕੀ ਕਰ ਰਹੀ ਹੈ, ਉਹ ਮੈਨੂੰ ਸਮਰੱਥਾ ਦੇ ਰਹੀ ਹੈ ਕੋਈ ਵੀ ਮਟੀਰੀਅਲ ਦੇ ਵਿੱਚ ਫੰਕਸ਼ਨ ਕਰਨ ਲਈ। ਮੇਰੀ ਕੋਲ ਤਾਕਤ ਉਸ ਜੋਤ ਦੇ ਥਰੂ ਆ ਰਹੀ ਹੈ, ਉਹ ਡਰਾਈਵ ਕਰ ਰਹੀ ਹੈ, ਤੇ ਮੈਂ ਆਪਣੇ ਰਸਤੇ ਤੇ ਚੱਲ ਪਾ ਰਿਹਾ। ਪਰ ਉਹ ਫੰਕਸ਼ਨ ਜੋਤ ਦਾ ਹੈ, ਉਹ ਤਾਕਤ ਦੇ ਰਹੀ ਹੈ, ਤੇ ਮੈਂ ਅੱਗੇ ਕਰੀ ਜਾ ਰਿਹਾ। ਪਰ ਮੇਰੀ ਇਨੇਬਲਰ ਉਹ ਹੈਗੀ ਹੈ, ਜਿਵੇਂ ਕਿ ਅਸੀਂ ਨਾਰਮਲੀ ਸਾਡੇ ਦਫ਼ਤਰਾਂ ਦੇ ਵਿੱਚ ਵੀ ਹੁੰਦਾ ਹੈ, ਜਿਹੜੇ ਤੁਹਾਡੇ ਨਾਰਮਲ ਸੀਨੀਅਰ ਮੈਨੇਜਮੈਂਟ ਦੇ ਬੰਦੇ ਹੁੰਦੇ ਆ, ਉਹ ਇਨੇਬਲਰਸ ਹੁੰਦੇ ਨੇ, ਤੇ ਅਸੀਂ ਜਿਹੜੀ ਵਰਕਫੋਰਸ ਹੁੰਦੀ ਆ ਬਾਕੀ, ਉਹ ਕੰਮ ਕਰਦੀ ਰਹਿੰਦੀ ਹੈ, ਜ਼ਿੰਮੇਵਾਰੀ ਸਾਰੀ ਇਨੇਬਲਰਸ ਦੀ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜੋਤ ਦਾ ਇਹ ਬੜਾ ਵੱਡਾ ਰੋਲ ਹੈਗਾ। ਅਗੇਨ ਕਿਉਂਕਿ ਡਰ ਜੋ ਹੈ ਉਹ ਕਾਫੀ ਵੱਡਾ ਜਿਹੜਾ ਇੱਕ ਸਾਨੂੰ ਰੋਕਦਾ ਹੈ ਅੱਗੇ ਵਧਣ ਲਈ, ਸੋ ਉਹ ਨਿਡਰ ਹੈ, ਤੇ ਉਹੀ ਗਿਆਨ ਮੈਨੂੰ ਦੇ ਰਹੀ ਹੈ ਕਿ ਵੀ ਜੇ ਮੈਂ ਨਿਡਰ ਰਹਿਣਾ ਹੈ, ਜੇ ਮੈਂ ਨਿਡਰ ਹੋ ਕੇ ਜੀਵਨ ਜੀਣਾ, ਤਾਂ ਉਹਦੇ ਵਾਸਤੇ ਕੁਝ ਪ੍ਰੀ ਰੈਕਿਜ਼ਿਟ ਹੈਗੇ ਨੇ। ਉਹ ਪ੍ਰੀ ਰੈਕਿਜ਼ਿਟ ਕੀ ਨੇ, ਉਹ ਸਾਨੂੰ ਗੁਰਬਾਣੀ ਸਟੈਪ ਬਾਏ ਸਟੈਪ ਸਮਝਾਉਂਦੀ ਰਹਿੰਦੀ ਹੈ, ਦੱਸਦੀ ਰਹਿੰਦੀ ਹੈ, ਉਹਨਾਂ ਬਾਰੇ ਗਿਆਨ ਦਿੰਦੀ ਰਹਿੰਦੀ ਹੈ ਕਿ ਮੈਂ ਕਿਵੇਂ ਉਸ ਤਰ੍ਹਾਂ ਦਾ ਨਿਡਰ ਵਾਲਾ ਜੀਵਨ ਜੀ ਸਕਦਾ। ਫਿਰ ਉਸ ਤੋਂ ਬਾਅਦ ਨਿਰਵੈਰਤਾ। ਨਿਰਵੈਰਤਾ ਵੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਵੀ ਨਿਰਵੈਰਤਾ ਸਵਾਰਥ ਦੇ ਵਿੱਚੋਂ ਨਿਕਲਦੀ ਹੈ। ਉਹ ਜੋਤ ਕੋਲ ਸਵਾਰਥ ਨਹੀਂ ਹੈ, ਉਹ ਬਗੈਰ ਕਿਸੇ ਲਾਲਚ ਵਸ, ਬਗੈਰ ਕਿਸੇ ਸਵਾਰਥ ਦੇ ਸਾਰਿਆਂ ਨੂੰ ਇੱਕੋ ਹੀ ਤਰੀਕੇ ਨਾਲ ਜਿਹੜਾ ਹੈ ਉਹ ਗਿਆਨ ਦੇ ਰਹੀ ਹੈ, ਔਰ ਇੱਕੋ ਹੀ ਤਰੀਕੇ ਨਾਲ ਡਰਾਈਵ ਕਰ ਰਹੀ ਹੈ। ਤੇ ਇਸੇ ਤਰ੍ਹਾਂ ਹੀ ਹੁਣ ਅਸੀਂ ਵੀ ਉਸ ਗੁਣ ਨੂੰ ਕਿਵੇਂ ਧਾਰਨ ਕਰ ਸਕਦੇ ਹਾਂ, ਸਾਡੇ ਵਿੱਚ ਵੀ ਕਿਵੇਂ ਇੱਕ ਨਿਰਸਵਾਰਥ ਗੁਣ ਪੈਦਾ ਹੋ ਜਾਣ, ਉਹ ਸਾਨੂੰ ਗੁਰਬਾਣੀ ਕਦਮ ਕਦਮ ਤੇ ਜਿਹੜਾ ਇਹ ਵੀ ਗਿਆਨ ਦਿੰਦੀ ਰਹਿੰਦੀ ਹੈ, ਦੱਸਦੀ ਰਹਿੰਦੀ ਹੈ।
ਅਗੇਨ ਸਾਡੇ ਹੱਥ ਵਿੱਚ ਹੋ ਜਾਂਦਾ ਹੈ ਕਿ ਵੀ ਅਸੀਂ ਉਸ ਗਿਆਨ ਦੇ ਨਾਲ ਕਿੰਨਾ ਜੁੜ ਪਾਉਂਦੇ ਆ ਜਾਂ ਉਹਨੂੰ ਕਿੰਨਾ ਸਮਝ ਪਾਉਂਦੇ ਆ। ਤੇ ਫਿਰ ਜਿਹੜਾ ਹੁਣ ਅਗੇਨ ਉਹ ਜੋਤ ਹੈਗੀ ਹੈ, ਸਮੇਂ ਦੀ ਉਹਦੇ ਪਹੁੰਚ ਤੋਂ ਪਰਾਂ ਹੈਗੀ ਹੈ। ਅਸੀਂ ਜਿਵੇਂ ਸਮੇਂ ਦੇ ਵਿੱਚ ਕੋਈ ਵੀ ਚੀਜ਼ ਆ ਜਾਂਦੀ ਹੈ ਤਾਂ ਫਿਰ ਉਹ ਸਮੇਂ ਦੇ ਨਾਲ ਨਾਲ ਜਾਂ ਵੱਧਦੀ ਘਟਦੀ ਹੈ ਜਾਂ ਉਹ ਛੋਟੀ ਵੱਡੀ ਹੁੰਦੀ ਹੈ। ਇਹ ਚੀਜ਼ ਜੋ ਹੈ ਜੋਤ ਦੀ ਅਸੀਂ ਗੱਲ ਕਰ ਰਹੇ ਹਾਂ, ਇਸ ਸੋਰਸ ਦੀ ਗੱਲ ਕਰ ਰਹੇ ਹਾਂ, ਇਸ એનર્ਜੀ ਦੀ ਗੱਲ ਕਰ ਰਹੇ ਹਾਂ। ਜੋਤ ਜਿਹੜੀ ਹੈ ਉਸ ਸਮੇਂ ਦੇ ਉਹਦੇ ਵਿੱਚੋਂ ਬਾਹਰ ਹੈ। ਸੋ ਉਸ ਸਮੇਂ ਚੋਂ ਬਾਹਰ ਹੋਣ ਕਰਕੇ ਫਿਰ ਜਿਹੜਾ ਮਟੀਰੀਅਲ ਦੇ ਵਿੱਚ ਸਾਈਕਲ ਦੇ ਵਿੱਚ ਭਾਵੇਂ ਕੋਈ ਵੀ ਐਗਜ਼ਿਸਟ ਕਰ ਰਿਹਾ ਹੈ, ਉਸ ਐਗਜ਼ਿਸਟੈਂਸ ਨੂੰ ਡਰਾਈਵ ਜ਼ਰੂਰ ਕਰ ਰਹੀ ਹੈ, ਪਰ ਮਾਇਆ ਦੀ ਛੋਹ ਤੇ ਪਿੱਛੇ ਬੈਠੀ ਹੈ। ਕਿਉਂਕਿ ਉਹ ਜੋਤ ਮਾਇਆ ਦੇ ਉਹਦੇ ਵਿੱਚੋਂ ਪਿੱਛੇ ਬੈਠੇ ਹੋਣ ਕਰਕੇ ਉਹ ਗੁਣ ਜਿਹੜਾ ਹੈ ਇੱਕ ਆਪਣੇ ਆਪ 'ਚ ਕਾਫੀ ਵੱਡਾ ਬਣ ਜਾਂਦਾ ਹੈ, ਕਿਉਂਕਿ ਚਲਾ ਰਹੀ ਹੈ, ਸਾਰਿਆਂ ਨੂੰ ਇਨੇਬਲ ਕਰ ਰਹੀ ਹੈ, ਲੇਕਿਨ ਆਪ ਮਾਇਆ ਦੇ ਨਾਲ ਸਪਰਸ਼ ਨਹੀਂ ਕਰ ਰਹੀ, ਪਰ ਮੈਨੂੰ ਡਰਾਈਵ ਕਰ ਰਹੀ ਹੈ ਉਹਦੇ ਨਾਲ। ਤੇ ਫਿਰ ਉਹ ਜੋਤ ਜਿਹੜੀ ਹੈ ਬਾਹਰ ਸੀ ਮਟੀਰੀਅਲ 'ਚ ਸੀ, ਜਦੋਂ ਵੀ ਕੋਈ ਵੀ ਜਿਹੜੀ ਲਾਈਟ ਹੈ ਜਿਹਨੂੰ ਅਸੀਂ ਜੋਤ ਕਹਿ ਰਹੇ ਹਾਂ, ਜਿਹਨੂੰ ਅਸੀਂ ਰੋਸ਼ਨੀ ਕਹਿ ਰਹੇ ਹਾਂ, ਬਾਹਰ ਮਾਇਆ ਦੇ ਵਿੱਚ ਜਦੋਂ ਕੋਈ ਵੀ ਰੋਸ਼ਨੀ ਦੀ ਅਸੀਂ ਗੱਲ ਕਰਦੇ ਹਾਂ, ਉਹ ਰੋਸ਼ਨੀ ਨੂੰ ਚੱਲਣ ਵਾਸਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਕਿਸਮ ਦਾ ਇੰਧਨ ਚਾਹੀਦਾ ਹੈ, ਕੋਈ ਫਿਊਲ ਚਾਹੀਦਾ ਹੈ। ਸੋ ਪਰ ਇਹ ਜਿਹੜੀ ਰੋਸ਼ਨੀ ਹੈਗੀ ਹੈ ਇਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਇਸ ਜੋਤ ਨੇ, ਇਸ ਪਰਮੇਸ਼ਵਰ ਦੀ ਸ਼ਕਤੀ ਨੇ, ਜਿਹਨੂੰ ਆਪਾਂ ਕਹਿ ਲਈਏ, ਡਿਪੈਂਡੈਂਟ ਨਹੀਂ ਹੈ ਕਿਸੇ ਹੋਰ ਫਿਊਲ ਤੇ। ਪਰ ਜਿਹੜੀ ਹੁਣ ਅਗੇਨ ਮੇਰੀ ਜਿਹੜੀ ਡਿਸਟਰੈਕਸ਼ਨ ਹੈ, ਮੇਰਾ ਜਿਹੜਾ ਧਿਆਨ ਹੈ, ਉਹ ਮੈਂ ਕਿੰਨਾ ਇਹਦੇ ਨਾਲ, ਇਸ એનર્ਜੀ ਦੇ ਨਾਲ ਜੁੜਿਆ ਹੋਇਆ ਜਾਂ ਮੈਂ ਇਹਦੇ ਤੋਂ ਕਿੰਨਾ ਜ਼ਿਆਦਾ ਡਿਸਕਨੈਕਟਡ ਹਾਂ, ਇਹ ਸਾਰਾ ਉਹਦੇ ਤੇ ਡਿਪੈਂਡ ਕਰੇਗਾ ਕਿ ਮੇਰਾ ਧਿਆਨ ਆਪਣੇ ਜੋਤ ਵੱਲ, ਆਪਣੇ ਸੋਰਸ ਵੱਲ ਹੈਗਾ ਜਾਂ ਨਹੀਂ ਹੈਗਾ। ਮੈਂ ਕਿੰਨਾ ਜ਼ਿਆਦਾ ਮਾਇਆ ਦੇ ਵਿੱਚ ਤੁਰ ਕੇ ਆਪਣੇ ਸਫ਼ਰ ਨੂੰ ਅੱਗੇ ਲੈ ਕੇ ਜਾ ਚੁੱਕਾ, ਮੇਰੇ ਕੋਲ ਉਸ ਰੀਅਲਾਈਜੇਸ਼ਨ ਦੀ ਕਿੰਨੀ ਕੁ ਕਮੀ ਹੈਗੀ ਹੈ, ਇਹ ਬਹੁਤ ਜ਼ਿਆਦਾ ਡਿਪੈਂਡ ਕਰੇਗੀ ਕਿ ਮੈਂ ਉਸ ਜੋਤ ਨਾਲ ਕਿੰਨਾ ਕੁ ਮੈਨੂੰ ਹੁਣ ਉਦਮ ਕਰਨਾ ਪਏਗਾ ਜੁੜਨ ਵਾਸਤੇ। ਅਗੇਨ ਗੁਰਬਾਣੀ ਦਾ ਇੱਕ ਬਹੁਤ ਵੱਡਾ ਰੋਲ ਹੈ, ਤਾਂ ਹੀ ਗੁਰਬਾਣੀ ਨੂੰ ਅਸੀਂ ਗੁਰਪ੍ਰਸਾਦ ਵੀ ਕਹਿੰਦੇ ਆ। ਪਰ ਇਸ ਪ੍ਰਸਾਦ ਦਾ ਹੱਕਦਾਰ ਮੈਂ ਤਾਂ ਹੀ ਬਣ ਸਕਦਾ ਜੇ ਮੈਂ ਪਹਿਲਾਂ ਆਪਣੀਆਂ ਕਮਜ਼ੋਰੀਆਂ, ਆਪਣੀਆਂ ਵੀਕਨੈਸਿਸ, ਆਪਣੇ ਜਿਹੜੇ ਸ਼ਾਰਟਕਮਿੰਗਸ, ਇਹਨਾਂ ਨੂੰ ਮੈਂ ਸਮਝਾਂ। ਤੇ ਇਹਨਾਂ ਜਿੰਨਾ ਕੁ ਮੈਂ ਗੁਰਬਾਣੀ ਤੋਂ ਗਿਆਨ ਲੈ ਪਾ ਰਿਹਾ, ਜਿੰਨੀ ਕੁ ਮੈਂ ਸਮਝ ਪਾ ਰਿਹਾ, ਉਸ ਗੁਰਬਾਣੀ ਦੇ ਦਿੱਤੇ ਹੋਏ ਮੈਸੇਜ ਨੂੰ ਮੈਂ ਆਪਣੇ ਜੀਵਨ ਵਿੱਚ ਕਿਵੇਂ ਢਾਲਾਂ। ਔਰ ਜਿਹੜੀ ਮੇਰੀ ਕਰੰਟ ਸਟੇਟ ਹੈਗੀ ਹੈ ਮਟੀਰੀਅਲ ਦੀ ਫੈਂਟੇਸੀ ਦੇ ਵਿੱਚ ਹਰੇਕ ਚੀਜ਼ ਨੂੰ ਸੱਚ ਕਰਕੇ ਮੰਨਣ ਦੀ, ਇਹਦੇ ਵਿੱਚੋਂ ਕਿਵੇਂ ਮੈਂ ਆਪਣਾ ਰਸਤਾ ਸੱਚ ਵੱਲ ਤੋਰਾਂ, ਇਹ ਸਾਰਾ ਦਾ ਸਾਰਾ ਅਲਟੀਮੇਟਲੀ ਫਿਰ ਗੁਰਬਾਣੀ ਦੇ ਜੋ ਮੈਸੇजेस ਦੇ ਥਰੂ ਗਿਆਨ ਮਿਲ ਰਿਹਾ ਹੈ, ਉਹ ਕਹਿ ਰਿਹਾ ਕਿ ਵੀ ਇਹ ਤੁਹਾਡੇ ਹੱਥ ਵਿੱਚ ਇੰਨੀ ਸ਼ਕਤੀ ਜ਼ਰੂਰ ਹੈਗੀ ਹੈ ਕਿ ਤੁਸੀਂ ਆਪਣੇ ਜੋਤ ਨਾਲ ਜੁੜ ਜਾਓ ਜਾਂ ਇਹਦੇ ਤੋਂ ਡਿਸਕਨੈਕਟ ਹੋ ਜਾਓ। ਇਹ ਚੋਇਸ ਮੇਰੀ ਰਹੇਗੀ ਕਿ ਮੈਂ ਇਹ ਸਫ਼ਰ ਕਿਵੇਂ ਕਰਨਾ ਹੈ। ਤੇ ਇਸ ਤੋਂ ਅੱਗੇ ਆਪਾਂ ਚੱਲਦੇ ਹੋਏ, ਜਿਵੇਂ ਅਸੀਂ ਵਾਰ ਦੀ ਗੱਲ ਕਰ ਰਹੇ ਸੀਗੇ ਪਹਿਲਾਂ ਕਿ ਵੀ ਆਪਾਂ ਹੁਣ ਆਸਾ ਕੀ ਵਾਰ ਦੇ ਵਿੱਚ ਵਾਰ ਹੈਗੀ ਹੈ, ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਟੁੰਡੇ ਅਸ ਰਾਜੇ ਕੀ ਧੁਨੀ। ਸੋ
ਪਹਿਲੇ ਮਹੱਲੇ ਕੇ ਸ਼ਲੋਕ ਹੈ, ਇਹਦੇ ਵਿੱਚ ਦੂਜੇ ਮਹੱਲੇ ਦੇ ਵੀ ਸ਼ਲੋਕ ਹੈਗੇ ਨੇ, ਬਟ ਕਿਉਂਕਿ ਪ੍ਰਾਇਮਰੀਲੀ ਜਿਹੜੀ ਹੈ ਉਹ ਬਾਣੀ ਜੋ ਹੈ ਉਹ ਫੋਕਸ ਜਿਹੜਾ ਜ਼ਿਆਦਾ ਬਾਣੀ ਦਾ ਜਿਹੜਾ ਹੈ ਉਹ ਪਹਿਲੇ ਪਾਤਸ਼ਾਹ ਦਾ ਹੈ, ਇਸ ਕਰਕੇ ਐਦਾਂ ਲੱਗ ਰਿਹਾ ਹੈ ਕਿ ਵੀ ਇਹਨੂੰ ਐਦਾਂ ਐਡਰੈਸ ਕੀਤਾ ਗਿਆ ਹੈ ਕਿ ਵੀ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਕਿਉਂਕਿ ਕੰਪਾਈਲਾਈਜੇਸ਼ਨ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਵੀ ਬਾਅਦ ਦੇ ਵਿੱਚ ਹੋਈ ਹੈ। ਸੋ ਉਹ ਜਿਹੜੇ ਕਿ ਸ਼ਲੋਕ ਉਸ ਕੰਟੈਕਸਟ ਦੇ ਵਿੱਚ ਨਾਲ ਚੱਲਦੇ ਆ ਰਹੇ ਸੀ, ਹੋ ਸਕਦਾ ਦੂਜੇ ਪਾਤਸ਼ਾਹ ਦੇ ਉਹ ਵੀ ਨਾਲ ਜਿਹੜੇ ਹੈ ਉਹ ਜ਼ਰੂਰ ਜਿਹੜੇ ਨਾਲ ਜੋੜ ਦਿੱਤੇ ਗਏ ਹੋਣ, ਪਰ ਅਗੇਨ ਇਹ ਸਾਡਾ ਟੌਪਿਕ ਹੈ ਨਹੀਂ ਹੈ, ਤਾਂ ਆਪਾਂ ਇਹਦੇ ਤੇ ਬਹੁਤ ਜ਼ਿਆਦਾ ਜ਼ੋਰ ਨਹੀਂ ਲਾਵਾਂਗੇ। ਸਾਡਾ ਜਿਹੜਾ ਫੋਕਸ ਹੋਏਗਾ ਉਹ ਇਹੀ ਹੋਏਗਾ ਕਿ ਵੀ ਅਸੀਂ ਇਸ ਗੁਰਬਾਣੀ ਦੇ ਵਿੱਚੋਂ ਉਸ ਗਿਆਨ ਦੇ ਬਾਰੇ ਗੱਲ ਕਰੀਏ ਜਿਸ ਗਿਆਨ ਨੇ ਮੇਰੇ ਜੀਵਨ ਨੂੰ ਸਵਾਰਨਾ ਹੈ। ਸੋ ਅਗੇਨ ਇਹ ਜਿਹੜਾ ਟੁੰਡੇ ਅਸਰਾਜੇ ਕੀ ਧੁਨੀ ਹੈ, ਉਹ ਇਦਾਂ ਹੈਗਾ ਕਿ ਵੀ ਜਿਹੜੀ ਤਾਂ ਪ੍ਰਚਲਿਤ ਕਹਾਣੀਆਂ ਜੋ ਨਾਲ ਚਲਦੀਆਂ ਆ ਰਹੀਆਂ ਨੇ ਕਿ ਕੋਈ ਰਾਜਾ ਹੁੰਦਾ ਸੀ, ਉਹਦੇ ਕੋਈ ਇਦਾਂ ਕੋਈ ਬੜੇ ਬਹਾਦਰੀ ਦੇ ਜਿਹੜੇ ਗਾਣੇ ਹੁੰਦੇ ਸੀ, ਜਿਹੜੇ ਕੋਈ ਉਹ ਤਾਂ ਗਾਉਂਦਾ ਸੀ, ਤਾਂ ਉਹ ਜਿਹੜੇ ਆ ਉਹਦੇ ਜਿਹੜੇ ਗਾਣੇ ਗਾਏ ਜਾਂਦੇ ਸੀ ਜਾਂ ਕੁਝ ਵੀ ਉਹ ਕਰਦਾ ਸੀਗਾ, ਤੇ ਉਸ ਜਿਹੜੀ ਹੈ ਧੁਨ ਦੇ ਉੱਤੇ ਜਿਹੜੀ ਹੈ ਇਹ ਗਾਈ ਜਾਂਦੀ ਹੈ। ਪਰ ਕਿਉਂਕਿ ਅਸੀਂ ਆਪਣੇ ਵਾਸਤੇ ਆਪਣੇ ਜੀਵਨ ਨੂੰ ਸਵਾਰਨ ਵਾਸਤੇ ਗੱਲ ਕਰ ਰਹੇ ਹਾਂ, ਤਾਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਹਨੂੰ ਹਰੇਕ ਚੀਜ਼ ਨੂੰ ਆਪਣੇ ਜੀਵਨ ਦੇ ਸਫ਼ਰ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਇਹਨੂੰ ਮੇਰੇ ਜੀਵਨ ਦੇ ਵਿੱਚ ਕਿਵੇਂ ਫਾਇਦਾ ਮਿਲ ਰਿਹਾ ਹੈ, ਤਾਂ ਮੈਂ ਆਪਣੇ ਜੀਵਨ ਦੇ ਵਿੱਚ ਜੇ ਟੁੰਡੇ ਦੀ ਡੈਫੀਨੇਸ਼ਨ ਦੇਖਣੀ ਹੋਵੇ ਤਾਂ ਮੈਨੂੰ ਕਿੱਥੋਂ ਮਿਲੇਗੀ? ਤਾਂ ਮੈਂ ਪੰਕਤੀ ਵੀ ਕੋਟ ਕੀਤੀ ਸੀ ਕਿ ਗਿਆਨ ਵਿਹੂਣਾ ਗਾਵੇ ਗੀਤ। ਜੋ ਕਰੰਟਲੀ ਮੇਰੀ ਜਿਹੜੀ ਸਟੇਟ ਹੈਗੀ ਹੈ ਉਹ ਗਿਆਨ ਵਿਹੂਣਾ ਹੋਣ ਕਰਕੇ ਮੈਂ ਆਪਣੇ ਆਪ ਨੂੰ ਟੁੰਡਾ ਸਮਝਦਾ ਕਿ ਮੇਰੇ ਕੋਲ ਉਹ ਗਿਆਨ ਹੈ ਨਹੀਂ ਕੋਲ ਜਿਸ ਗਿਆਨ ਨੇ ਮੇਰੇ ਜੀਵਨ ਨੂੰ ਸਵਾਰਨਾ ਹੈ। ਸੋ ਕਿਉਂਕਿ ਆਪਾਂ ਜਿਵੇਂ ਇਸ ਪਿਕਚਰ ਵਿੱਚ ਵੀ ਦੇਖ ਪਾ ਰਹੇ ਹਾਂ, ਟੁੰਡਾ ਮਟੀਰੀਅਲਿਸਟਿਕ ਲੈਂਗੁਏਜ ਦੇ ਵਿੱਚ ਉਹ ਹੈ, ਉਸ ਨੂੰ ਮੰਨਿਆ ਜਾਂਦਾ ਹੈ ਜਿਹਦੇ ਕੋਲ ਆਪਣੇ ਆਪ ਦੇ ਕੰਮ ਕਰਨ ਲਈ ਸਮਰੱਥਾ ਘੱਟ ਹੁੰਦੀ ਹੈ। ਸੋ ਇੱਥੇ ਹੁਣ ਮੇਰੇ ਕੋਲ ਸਮਰੱਥਾ ਘੱਟ ਇਸ ਕਰਕੇ ਹੈ ਕਿਉਂਕਿ ਮੇਰੇ ਕੋਲ ਉਸ ਗਿਆਨ ਦੀ ਕਮੀ ਹੈ ਜਿਸ ਗਿਆਨ ਨੇ ਮੇਰੇ ਜੀਵਨ ਨੂੰ ਸਵਾਰਨਾ ਹੈ। ਉਸ ਗਿਆਨ ਦੀ ਕਮੀ ਕਿਉਂ ਹੈਗੀ ਹੈ? ਕਿਉਂਕਿ ਮੈਂ ਕਦੇ ਗੁਰਬਾਣੀ ਕੋਲੋਂ ਉਸ ਗਿਆਨ ਨੂੰ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਅੱਜ ਆਪਾਂ ਇੱਕ ਉਪਰਾਲਾ ਕਰ ਰਹੇ ਹਾਂ, ਆਪਾਂ ਸਾਰੇ ਇਕੱਠੇ ਇਹੀ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਜਿਹੜਾ ਅਸਲ ਦੇ ਵਿੱਚ ਜਿਹੜਾ ਰਾਜਾ ਹੈ, ਉਹ ਰਾਜਾ ਜਿਹੜਾ ਉਹ ਮੇਰਾ ਜਿਹੜਾ ਜੋਤ ਹੈ, ਜਿਹੜਾ ਭਾਵੇਂ ਮਨ ਜਿਹਨੂੰ ਆਪਾਂ ਕਹਿ ਲੈਂਦੇ ਹਾਂ, ਕਿਉਂਕਿ ਗੁਰਬਾਣੀ ਕਹਿ ਰਹੀ ਹੈ ਕਿ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਿਆ ਭਿਖਾਰੀ। ਹੈਗਾ ਤਾਂ ਰਾਜਾ ਹੀ ਹੈ, ਬਟ ਸੁੱਤਾ ਹੋਇਆ ਜਦੋਂ ਸੁਪਨੇ ਵਿੱਚ ਜਾਂਦਾ ਤੇ ਸੁਪਨੇ ਦੇ ਵਿੱਚ ਆਪਣੇ ਆਪ ਨੂੰ ਭਿਖਾਰੀ ਮੰਨਦਾ ਹੈ। ਕਿਉਂਕਿ ਆਪਾਂ ਸਟੇਟ ਆਫ ਮਾਈਂਡ ਦੀ ਗੱਲ ਹੀ ਕਰ ਰਹੇ ਹਾਂ, ਅਸੀਂ ਇਹਨੂੰ ਗੁਰਬਾਣੀ ਨੂੰ ਐਦਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਐਕਚੁਅਲ ਇਨ ਰੀਅਲ ਸੈਂਸ ਜੇ ਆਪਣੇ ਜਿਹੜੇ ਆਪਾਂ ਗੁਣ ਹੋਣੇ ਵਿਚਾਰੇ ਨੇ, ਜੇ ਉਹਨਾਂ ਗੁਣਾਂ ਦੀ ਗੱਲ ਕਰੀਏ, ਇਹਦੇ ਕੋਲ ਫਰਕ ਇੰਨਾ ਕੀ ਹੈ ਕਿ ਵੀ ਇਹ ਗੁਣ ਸਾਰੇ ਹੈਗੇ ਸੀ ਪਰ ਹੁਣ ਗੁਣ ਗਵਾ ਲਏ ਨੇ। ਉਹ ਇਸੇ ਕਰਕੇ ਗਵਾਏ ਨੇ ਕਿ ਹਰੀ ਬਿਸਰਤ ਤੇਰੇ ਗੁਣ ਗਲਿਆ। ਉਹ ਹਰੀ ਨੂੰ ਵਿਸਾਰ ਦਿੱਤਾ ਹੈ ਤਾਂ ਹੁਣ ਉਹ ਗੁਣ ਗਲ ਗਏ ਨੇ, ਤੇ ਜਿਹੜਾ ਹੁਣ ਉਹ ਇੱਕ ਟੁੰਡੇ ਦੀ ਅਵਸਥਾ ਦੇ ਵਿੱਚ ਜਿਹੜਾ ਜੀਵਨ ਜੀ ਰਿਹਾ ਹੈ। ਸੋ ਇਹਦੀ ਵੈਰੀ ਬਰੀਫ ਜਿਹੜੀ ਆਪਾਂ ਹੁਣੇ ਗੱਲ ਕੀਤੀ ਹੈ ਜੀ ਸਾਰੀ, ਵੈਸੇ ਤਾਂ ਪਰ ਜੇ ਇਹਨੂੰ ਸਮਰਾਈਜ਼ ਕਰਨਾ ਹੋਵੇ ਆਪਾਂ ਪਹਿਲੀ ਜਿਹੜੀ ਇੰਟਰੋਡਕਸ਼ਨ ਨੂੰ, ਕਿ ਵੀ ਇਹ ਇੱਕ ਵਾਰ ਹੈਗੀ ਹੈ, ਪਰ ਇਸ ਵਾਰ ਦੇ ਵਿੱਚ ਇੱਕ ਉਮੀਦ ਹੈਗੀ ਹੈ ਕਿ ਵੀ ਜਿਹੜਾ ਮੇਰਾ ਟੁੰਡਾ ਮਨ ਹੈਗਾ ਇਹ ਜਿਹੜਾ ਗੁਰਬਾਣੀ ਦੇ ਗਿਆਨ ਨਾਲ ਜਿਹੜਾ ਉਹ ਚਾਨਣ ਵੱਲ ਚੱਲਣ ਦਾ ਉਪਰਾਲਾ ਕਰੇਗਾ। ਸੋ ਮੈਨੂੰ ਜਿਹੜੀ ਹੈ ਇਹ ਉਮੀਦ ਹੈਗੀ ਹੈ ਕਿ ਵੀ ਇਹ ਜਿਹੜੀ ਨੌਲੇਜ ਹੈਗੀ ਹੈ, ਇਹ ਮੇਰੀ ਜਿਹੜੀ ਚੈਲੰਜਸ ਨੇ, ਜਿਹੜੇ ਮੇਰੇ ਹਰਡਲਸ ਨੇ, ਜਿਹੜੇ ਮੈਂ ਉਸ ਪਾਥ ਤੇ ਚੱਲਦਾ ਹੋਇਆ ਹਰ ਰੋਜ਼ ਫੇਸ ਕਰਦਾ, ਉਹਨਾਂ ਨੂੰ ਮੈਂ ਕਿਵੇਂ ਐਡਰੈਸ ਕਰਾਂ, ਕਿਵੇਂ ਉਹਨਾਂ ਚੈਲੰਜਸ ਨੂੰ ਮੈਂ ਗੁਰਮਤ ਦੇ ਗਿਆਨ ਦੇ ਵਿੱਚ ਉਸ ਰੋਸ਼ਨੀ ਦੇ ਵਿੱਚ ਸਮਝਾਂ ਔਰ ਉਹਨਾਂ ਨੂੰ ਜਿਹੜਾ ਅੱਗੇ ਟੱਪ ਸਕਾਂ, ਇਹ ਮੈਨੂੰ ਗਿਆਨ ਜਿਹੜਾ ਹੈ ਉਹ ਗੁਰਬਾਣੀ ਦੇ ਥਰੂ ਜ਼ਰੂਰ ਜਿਹੜਾ ਇਸ ਉਮੀਦ ਦੇ ਵਿੱਚ ਅਸੀਂ ਇਹਨੂੰ ਗੁਰਬਾਣੀ ਨੂੰ ਸਮਝਣ ਦਾ ਉਪਰਾਲਾ ਕਰ ਰਹੇ ਹਾਂ ਕਿ ਸਾਨੂੰ ਜ਼ਰੂਰ ਮਿਲੇਗਾ।
ਸੋ ਇਸੇ ਤਰ੍ਹਾਂ ਹੀ ਇਹ ਮੈਨੂੰ ਉਮੀਦ ਹੈ ਕਿ ਵੀ ਇਹ ਅਸੀਂ ਜੇ ਅਸੀਂ ਗੁਰਬਾਣੀ ਨੂੰ ਇਸ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮੇਰੇ ਜੀਵਨ ਨੂੰ ਸਵਾਰਨ ਦੇ ਵਿੱਚ ਸਹਾਇਤਾ ਕਰ ਰਹੀ ਹੈ, ਤਾਂ ਜਿਹੜੇ ਮੈਂ ਫਿਜ਼ੀਕਲ ਜਿੰਨੀਆਂ ਵੀ ਮੇਰੀਆਂ ਐਕਟੀਵਿਟੀਜ਼, ਜਿੰਨੇ ਵੀ ਰਿਚੁਅਲਸ ਜਿਹੜੇ ਮੈਂ ਅਨਨੋਇੰਗਲੀ ਜਾਂ ਨੋਇੰਗਲੀ ਫੋਲੋ ਕਰ ਰਿਹਾ, ਉਹਨਾਂ ਤੋਂ ਮੈਨੂੰ ਹਟਾ ਕੇ ਤਾਂ ਜਿਹੜੇ ਹੈ ਮੈਨੂੰ ਸੱਚ ਵੱਲ ਜੋੜੇਗੀ। ਉਹ ਕਿਉਂਕਿ ਕਰੰਟਲੀ ਮੈਂ ਉਹਨਾਂ ਰਿਚੁਅਲ ਨੂੰ ਇਸ ਤਰ੍ਹਾਂ ਫੋਲੋ ਕਰ ਰਿਹਾ ਕਿ ਵੀ ਇਹ ਮੈਨੂੰ ਸੱਚ ਵੱਲ ਲਿਜਾ ਰਹੇ ਨੇ, ਪਰ ਆਪਾਂ ਜਦੋਂ ਗੁਰਬਾਣੀ ਦੀ ਰੋਸ਼ਨੀ ਤੋਂ ਆਸਰਾ ਲਵਾਂਗੇ ਤਾਂ ਅਸੀਂ ਇਸ ਉਮੀਦ ਨਾਲ ਜ਼ਰੂਰ ਜਿਹੜਾ ਉਹ ਕਰਦੇ ਹਾਂ, ਇਸ ਚੀਜ਼ ਦੀ ਉਮੀਦ ਕਿ ਸਾਨੂੰ ਜਿਹੜਾ ਗੁਰਬਾਣੀ ਸੱਚ ਦੇ ਬਾਰੇ ਜ਼ਰੂਰ ਗਿਆਨ ਦੇਗੀ ਔਰ ਸਾਨੂੰ ਸਾਡੇ ਜੀਵਨ ਨੂੰ ਸਵਾਰਨ ਦੇ ਵਿੱਚ ਜ਼ਰੂਰ ਜਿਹੜੀ ਹੈ ਉਹ ਸਪੋਰਟ ਕਰੇਗੀ। ਤੇ ਇਹਦੇ ਨਾਲ ਆਪਾਂ ਜਿਹੜੀ ਇੰਟਰੋਡਕਸ਼ਨ ਇੱਥੇ ਹੈਗੀ ਹੈ ਜੀ ਆਸਾ ਕੀ ਵਾਰ ਦੀ, ਉਹ ਇੱਥੇ ਆਪਾਂ ਖਤਮ ਕਰਦੇ ਹਾਂ। ਤੇ ਨੈਕਸਟ ਵੀਕ ਤੋਂ ਆਪਾਂ ਫਿਰ ਦੁਬਾਰਾ ਜਿਹੜਾ ਇੱਥੋਂ ਹੀ ਅੱਗੇ ਸ਼ੁਰੂ ਕਰਾਂਗੇ ਦੁਬਾਰਾ ਵਿਚਾਰ ਕਰਨੀ। ਹੁਣ ਅਸੀਂ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।